ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। मैं मूरख की केतक बात है, कोट अपराधी तरियारे। गुर नानक जिन सुनया पेखिया, से फिर गर्भास न परियारे। सुखाओ टल गुर सेविया, ऐनस सहज सुभाए। दर्शन परसिया गुरु कै, जन्म मरण दुख जाए। सिफत कसमदी होर अरसों कुरसों चटिया। तुद डिठे सच्चे पातशाह, मल जन्म जन्म दी कटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। सावन सरसी कामणी, चरण कमल स्यो प्यार। मन तन रता सच रंग, इको नाम आधार। सावण सरसी कामणी, चरण कमल स्यो प्यार। मन तन रता सच रंग, इको नाम आधार। बिख्या रंग कुड़ाविया, दिसण सबै शार। हर अमृत बूंद सुहावणी, मिल साधु पीवण हार। वण तिण प्रभ संग मौलिया, समरथ पुरख अपार। हर मिलने नो प्रभ मन लोचदा, कर्म मिलावण हार। जिन्नी सखिए प्रभ पाया, हऊँ तिन कै सद बलहार। नानक हर जी म्या कर, शब्द सवारण हार। सावण तिना सुहागणी, जिन राम नाम और हार। वाहिगुरु जी का खालसा, वाहिगुरु जी की फतेह। पतित पावन किरपा निधान, गरीब नवाज सतगुरु गुरु ग्रंथ साहिब जीआं दी पवित्र पावन हजूरी अंदर सुशोभित हो रही गुरु की संगत आप संगतां ने अमृत वेले तो सतगुरां दे दरबार की हाजरी भरदियां होया गुरबाणी दे कीर्तन, गुरबाणी दे नितनेम आप संगतां ने सरवण करके मिलिया होया समा, मिले हुए सवास गुरु रहमत नाल सफले बनाए ने। गुरु अर्जन साहब महाराज साहब जी दे बचन ने, भई प्राप्त मानुख देहुरिया, गोबिंद मिलन की ये है तेरी बरिया। ये गुरमुखा वारी प्राप्त हुई है तैनू मनुखा जन्म के अंदर परमेश्वर नूं मिलण वास्ते।
ਵੱਡੇ ਭਾਗ ਨੇ ਜੋ ਅਸੀਂ ਸੰਗਤ ਵਿੱਚ ਬੈਠੇ ਹਾਂ। ਗੁਰਮੁਖੋ ਅੱਜ ਸਾਨੂੰ ਸਾਵਣ ਦਾ ਮਹੀਨਾ, ਸਾਉਣ ਦਾ ਮਹੀਨਾ ਜਿਹੜਾ ਹੈ ਉਹ ਅੱਜ ਪ੍ਰਾਰੰਭ ਹੋਇਆ, ਪ੍ਰਾਪਤ ਹੋ ਰਿਹਾ। ਸੰਗਰਾਂਦ ਦੇ ਇਸ ਸ਼ੁਭ ਦਿਹਾੜੇ ਤੇ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹੋ। ਅੱਜ ਦੇ ਦਿਨ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀਆਂ ਦੀ ਅੱਜ ਸ਼ਹੀਦੀ ਦਾ ਵੀ ਦਿਹਾੜਾ ਹੈ। ਸੋ ਅੱਜ ਦੇ ਦਿਨ ਉਹ ਸੱਚਖੰਡ ਨੂੰ ਪ੍ਰਾਪਤ ਹੋਏ ਸਨ। ਸੋ ਤਿੰਨਾਂ ਮਹਾਂਪੁਰਖਾਂ ਦੀ ਵੀ ਅੱਜ ਕੁਰਬਾਨੀ ਜਿਹੜੀ ਹੈ ਉਹ ਅੱਜ ਦੇ ਦਿਨ ਹੋਈ ਹੈ। ਸੋ ਇਸ ਮਹੀਨੇ ਤੋਂ ਆਪਾਂ ਜਿਹੜੀ ਹੈ ਉਹ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਸਾਵਣ ਦਾ ਮਹੀਨਾ ਕੀ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ। ਆਓ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਸਰਵਣ ਕਰੀਏ ਅਤੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਣ ਸਰਸੇ ਕਾਮਣੇ ਚਰਨ ਕਮਲ ਚੋ ਪਿਆਰ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਾਣੀ ਨੂੰ ਰਚਨਹਾਰ ਤਿੰਨਾਂ ਸਤਿਗੁਰਾਂ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਬਾਣੀ ਨੂੰ ਲਿਖਣ ਵਾਲੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਬਾਣੀ ਨੂੰ ਲਿਖਵਾਉਣ ਵਾਲੇ। ਇੱਕ ਸਮਾਂ ਇਹੋ ਜਿਹਾ ਆਇਆ ਸਤਿਗੁਰਾਂ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਵਾਸਤੇ, ਉਪਦੇਸ਼ ਲੈਣ ਵਾਸਤੇ। ਸੰਗਤਾਂ ਦੇ ਵਿੱਚ ਇੱਕ ਪੜ੍ਹਿਆ ਹੋਇਆ ਵਿਦਵਾਨ ਵੀ ਮਹਾਰਾਜ ਦੇ ਕੋਲ ਪਹੁੰਚਿਆ। ਕਹਿਣ ਲੱਗਾ ਮਹਾਰਾਜ ਵਿਦਿਆ ਤੇ ਬੜੀ ਪੜ੍ਹੀ ਹੈ, ਗ੍ਰੰਥ ਤੇ ਬੜੇ ਪੜ੍ਹੇ ਨੇ, ਪਰ ਮੇਰੇ ਕੋਲੋਂ ਸੁਣਦਾ ਕੋਈ ਨਹੀਂ ਹੈ ਕਿਉਂਕਿ ਮੇਰੀ ਆਵਾਜ਼ ਦੇ ਵਿੱਚ ਰਸ ਨਹੀਂ ਹੈ। ਲੋਕਾਂ ਨੂੰ ਆਨੰਦ ਨਹੀਂ ਆਉਂਦਾ ਮੇਰੀ ਗੱਲ ਸੁਣ ਕੇ। ਇੰਨੀ ਵਿਦਿਆ ਪੜ੍ਹਨ ਤੋਂ ਮਗਰੋਂ ਵੀ ਮੈਂ ਆਪਣਾ ਗੁਜ਼ਾਰਾ ਨਹੀਂ ਕਰ ਪਾ ਰਿਹਾ। ਤੇ ਸਤਿਗੁਰੂ ਪਾਤਸ਼ਾਹ ਜੀ ਵਿਦਵਾਨਾਂ ਦੀ ਬੜੀ ਕਦਰ ਕਰਦੇ ਨੇ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਸੰਗਤ ਵਿੱਚ ਆਇਆ ਕਰ, ਸੰਗਤ ਨੂੰ ਤੂੰ ਬਚਨ ਸੁਣਾਇਆ ਕਰ। ਗੁਰੂ ਪਰਮੇਸ਼ਰ ਦੇ ਸੰਗਤ ਤਿਲ ਫੁੱਲ ਭੇਟਾਵਾਂ ਦਿਆ ਕਰੇਗੇ। ਸਤਿਗੁਰਾਂ ਦੇ ਕੋਲ ਆਉਂਦਾ, ਸੰਗਤ ਵਿੱਚ ਬੈਠਦਾ, ਉਪਦੇਸ਼ ਕਰਦਾ, ਸੰਗਤਾਂ ਵੱਲੋਂ ਤਿਲ ਫੁੱਲ ਮਾਇਆ ਭੇਟ ਹੁੰਦੀ ਹੈ। ਜਦੋਂ ਕੁਝ ਮਹੀਨੇ ਬਤੀਤ ਹੋ ਗਏ ਤੇ ਮਨ ਵਿੱਚ ਵਿਚਾਰ ਆ ਗਈ ਵੀ ਜਿਹੜਾ ਮੱਥਾ ਗੁਰੂ ਅਰਜਨ ਸਾਹਿਬ ਨੂੰ ਟੇਕਿਆ ਜਾਂਦਾ ਹੈ ਉਹ ਮੈਨੂੰ ਟੇਕਿਆ ਜਾਵੇ। ਕਿਉਂਕਿ ਮਨੁੱਖ ਦੀ ਭੁੱਖ ਵੱਧਦੀ ਹੈ ਨਾ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਭੁੱਖ ਹੈ, ਲਾਲਸਾ ਹੈ, ਲਾਲਸਾ ਵੱਧਦੀ ਹੈ, ਲਾਲਸਾ ਵੱਧ ਗਈ। ਇੱਕ ਸਮਾਂ ਸੀ ਜਦੋਂ ਗੁਜ਼ਾਰਾ ਨਹੀਂ ਹੁੰਦਾ, ਇੱਕ ਸਮਾਂ ਹੈ ਵੀ ਗੁਜ਼ਾਰਾ ਤੇ ਚੰਗਾ ਹੁੰਦਾ। ਪਰ ਹੁਣ ਗੁਰੂ ਅਰਜਨ ਸਾਹਿਬ ਨੂੰ ਕੋਈ ਨਾ ਪੁੱਛੇ, ਕੋਈ ਨਾ ਮਿਲੇ, ਸਾਰੀ ਮੇਰੀ ਹੀ ਗੱਲਬਾਤ ਹੋ ਜਾਵੇ। ਹੁਣ ਕੀ ਕੀਤਾ ਜਾਵੇ? ਆਪਣੇ ਘਰ ਵਿੱਚ ਬੈਠ ਗਿਆ, ਆਇਆ ਨਹੀਂ। ਸੰਗਤ ਵਿੱਚ ਕਥਾ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਸਿੱਖ ਭੇਜੇ ਵੀ ਲੈ ਕੇ ਆਓ। ਤੇ ਜਦੋਂ ਸਿੱਖ ਗਏ ਲੈਣ ਵਾਸਤੇ, ਕਹਿਣ ਲੱਗਾ ਮੈਂ ਕਥਾ ਤਾਂ ਕਰਾਂਗਾ, ਮੱਥਾ ਵੀ ਮੈਨੂੰ ਟੇਕਿਆ ਕਰੋ, ਗੁਰੂ ਵੀ ਮੈਨੂੰ ਮੰਨਿਆ ਕਰੋ। ਗਿਆਨ ਮੈਂ ਦਿੰਦਾ ਹਾਂ, ਮੱਥਾ ਕਿਸੇ ਹੋਰ ਨੂੰ ਟੇਕਿਆ ਜਾਵੇ, ਮੈਂ ਇਸ ਗੱਲ ਨੂੰ ਮੰਨਦਾ ਨਹੀਂ। ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਜੀ ਇਹ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਆਪ ਜੀ ਬਾਣੀ ਇਹੋ ਜਿਹੀ ਉਚਾਰਨ ਕਰ ਦਿਓ ਵੀ ਕਿਸੇ ਕੋਲ ਜਾਣਾ ਹੀ ਨਾ ਪਵੇ। ਤੁਹਾਡੇ ਸੰਗਤਾਂ ਸਿੱਖ ਆਪ ਹੀ ਪੜ੍ਹ ਕੇ ਲਾਹਾ ਲੈ ਲੈਣ। ਸੋ ਗੁਰੂ ਅਰਜਨ ਸਾਹਿਬ ਜੀਆਂ ਨੇ ਫਿਰ ਇਹ ਬੇਨਤੀ ਸੁਣ ਕੇ ਸੰਗਤਾਂ ਦੀ, ਸਿੱਖਾਂ ਦੀ, ਪਿਆਰਿਆਂ ਦੀ, ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਤਿਗੁਰਾਂ ਨੇ ਇਸ ਬਾਣੀ ਨੂੰ ਰਚਿਆ। 12 ਮਹੀਨੇ ਸਾਨੂੰ ਸਾਲ ਦੇ ਅੰਦਰ ਪ੍ਰਾਪਤ ਹੁੰਦੇ ਨੇ ਤੇ 6 ਰੁੱਤਾਂ ਪ੍ਰਾਪਤ ਹੁੰਦੀਆਂ। ਇਹ ਸਾਉਣ ਤੇ ਭਾਦਰੋਂ ਦਾ ਮਹੀਨਾ ਜਿਹੜਾ ਹੈ ਇਹ ਵਰਖਾ ਦਾ ਮਹੀਨਾ ਹੈ, ਬਰਸਾਤ ਦੇ ਦਿਨ ਨੇ। ਸੋ ਇਹ 2 ਮਹੀਨਿਆਂ ਦੀ ਰੁੱਤ ਹੈ, ਬਰਸਾਤ ਦੇ ਦਿਨ ਤੇ ਇਹ 2 ਮਹੀਨੇ ਸਾਵਣ ਤੇ ਭਾਦਰੋਂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਸੋ ਇਸ ਤਰ੍ਹਾਂ 2-2 ਮਹੀਨਿਆਂ ਦੀਆਂ ਰੁੱਤਾਂ ਨੇ, ਤਾਂ ਇਹ 12 ਮਹੀਨੇ ਸਤਿਗੁਰਾਂ ਨੇ ਦਰਜ ਕੀਤੇ ਨੇ। ਤੇ ਸੰਗਰਾਂਦ ਤੋਂ ਭਾਵ ਹੁੰਦਾ ਸੰਕਰਾਂਤ। ਸੰਕਰਾਂਤ ਤੋਂ ਮਤਲਬ ਹੈ ਭਲੀ ਪ੍ਰਕਾਰ ਸਮੇਂ ਵਿੱਚ ਤਬਦੀਲੀ ਆ ਜਾਣੀ। ਮੌਸਮ ਬਦਲ ਜਾਂਦਾ, ਸਮਾਂ ਬਦਲ ਜਾਂਦਾ, ਉਸ ਨੂੰ ਕਿਹਾ ਜਾਂਦਾ ਸੰਕਰਾਂਤ। ਸੂਰਜ ਦੇ ਸਮੇਂ ਦੇ ਵਿੱਚ, ਗਤੀਵਿਧੀਆਂ ਦੇ ਵਿੱਚ, ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ। ਤੇ ਸੰਕਰਾਂਤ ਤੋਂ ਸ਼ਬਦ ਜਿਹੜਾ ਅਸੀਂ ਸੰਗਰਾਂਦ ਕਹਿ ਕੇ ਇਸ ਨੂੰ ਬੁਲਾ ਲੈਂਦੇ ਹਾਂ, ਕਹਿ ਲੈਂਦੇ ਹਾਂ।
ਸੋ ਇਹ ਉਪਦੇਸ਼ ਸੰਗਰਾਂਦ ਦਾ ਕਹਿ ਲਈਏ ਜਾਂ ਮਹੀਨੇ ਦਾ ਕਹਿ ਲਈਏ, ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਜਿੱਥੇ ਇਹ ਵਰਖਾ ਹੋ ਰਹੀ ਹੈ, ਬਾਰਿਸ਼ ਹੋ ਰਹੀ ਹੈ, ਬਾਰਿਸ਼ ਦੇ ਵਿੱਚ ਸਾਰਿਆਂ ਨੂੰ ਸੁੱਖ ਨਹੀਂ ਹੈ ਅਤੇ ਸਾਰਿਆਂ ਨੂੰ ਦੁੱਖ ਨਹੀਂ ਹੈ। ਇਸੇ ਤਰ੍ਹਾਂ ਜਿਵੇਂ ਬੱਦਲ ਮੀਂਹ ਪਾਉਂਦੇ ਨੇ ਗੁਰਮੁਖੋ, ਤੇ ਮੀਂਹ ਪੈਣ ਦੇ ਨਾਲ ਸਾਰੀਆਂ ਜਾਤੀਆਂ ਖੁਸ਼ ਨਹੀਂ ਹੁੰਦੀਆਂ, ਸਾਰੀਆਂ ਜੂਨਾਂ ਖੁਸ਼ ਨਹੀਂ ਹੁੰਦੀਆਂ, ਅਤੇ ਇਸੇ ਤਰ੍ਹਾਂ ਸਾਰੀਆਂ ਦੁਖੀ ਵੀ ਨਹੀਂ ਹੁੰਦੀਆਂ। ਗੁਰੂ ਵੀ ਭਾਈ ਬੱਦਲ ਰੂਪੀ ਹੈ, ਤੇ ਸਤਿਗੁਰਾਂ ਦਾ ਉਪਦੇਸ਼ ਹੈ ਵਰਖਾ ਰੂਪ, ਪਰ ਗੁਰੂ ਦਾ ਉਪਦੇਸ਼ ਵੀ ਸਾਰਿਆਂ ਨੂੰ ਚੰਗਾ ਨਹੀਂ ਲੱਗਦਾ। ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਕੁਝ ਹੋਰ ਨੇ, ਜਿਨ੍ਹਾਂ ਨੂੰ ਨਹੀਂ ਲੱਗਦਾ ਉਹ ਕੁਝ ਹੋਰ ਨੇ। ਇੱਥੇ ਬੜੀ ਸੋਹਣੀ ਉਦਾਹਰਨ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਗੁਰਬਾਣੀ ਦੇ ਵਿੱਚ, ਵੀ ਵਰਖਾ ਕਿੰਨਾ ਕਿੰਨਾ ਨੂੰ ਚੰਗੀ ਲੱਗਦੀ ਹੈ, ਕਿੰਨਾ ਕਿੰਨਾ ਨੂੰ ਮਾੜੀ ਲੱਗਦੀ ਹੈ, ਔਰ ਗੁਰੂ ਦਾ ਉਪਦੇਸ਼ ਕਿਹਨੂੰ ਕਿਹਨੂੰ ਚੰਗਾ ਲੱਗਦਾ, ਕਿਹਨੂੰ ਕਿਹਨੂੰ ਮਾੜਾ ਲੱਗਦਾ, ਉਹ ਸਤਿਗੁਰੂ ਜੀ ਸਾਨੂੰ ਸਮਝਾਉਣਗੇ। ਸੋ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਭਾਈ ਨਾਨਕ ਸਾਵਣ ਦੇਵਸੇ ਚਹੁ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਸੋਏ। ਜਦੋਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਨਾ, ਤੇ ਚਾਰ ਜਾਤੀ ਦੇ ਲੋਕ ਬੜੇ ਖੁਸ਼ ਹੁੰਦੇ। ਨਾਗ ਜਿਹੜੇ ਨੇ ਨਾ, ਸੱਪ ਜਿਹੜੇ ਹਾੜ ਦੇ ਮਹੀਨੇ ਦੀ ਧੁੱਪ ਦੇ ਨਾਲ, ਤਪਸ਼ ਦੇ ਨਾਲ ਸੜ ਰਹੇ ਹੁੰਦੇ ਨੇ, ਜਦੋਂ ਮੀਂਹ ਪੈਂਦਾ ਮੌਸਮ ਠੰਡਾ ਹੁੰਦਾ ਤੇ ਬਾਹਰ ਨਿਕਲ ਕੇ ਠੰਡੀ ਥਾਂ ਦੇ ਉੱਪਰ ਬੈਠਦੇ, ਬੜੇ ਖੁਸ਼ ਹੁੰਦੇ। ਸੱਪ ਨੂੰ ਮੀਂਹ ਚੰਗਾ ਲੱਗਿਆ, ਸੱਪ ਨੇ ਖੁਸ਼ੀ ਮਨਾਈ ਹੈ। ਪਾਤਸ਼ਾਹ ਕਹਿੰਦੇ ਸੱਪ ਵੀ ਖੁਸ਼ ਹੋਇਆ, ਤੇ ਮਿਰਗ ਨਾਮ ਹਿਰਨ ਦਾ ਹੈ। ਹਿਰਨ ਬੜਾ ਖੁਸ਼ ਹੁੰਦਾ ਕਿਉਂਕਿ ਪਾਣੀ ਦੀ ਜਿਹੜੀ ਦਿੱਕਤ ਹੈ, ਪਾਣੀ ਜਿਹੜਾ ਹੈ ਘੱਟ, ਉਹ ਪੂਰਾ ਹੋ ਗਿਆ ਮੀਂਹ ਪੈਣ ਦੇ ਨਾਲ। ਨਦੀਆਂ ਨਾਲੇ ਛੱਪੜ ਵਗੈਰਾ ਤਲਾਬ ਭਰ ਗਏ, ਜਿੱਥੋਂ ਮਰਜ਼ੀ ਪਾਣੀ ਪੀ ਸਕਦਾ ਹੈ। ਇਸ ਕਰਕੇ ਹਿਰਨ ਵੀ ਖੁਸ਼ੀ ਹੋ ਗਿਆ, ਖੁਸ਼ ਹੋ ਗਿਆ ਵੀ ਮੀਂਹ ਪੈ ਗਿਆ। ਤੇ ਸਤਿਗੁਰੂ ਅਗਲਾ ਬਚਨ ਕਰਦੇ ਨੇ, ਮੱਛੀਆਂ ਜਿਹੜੀਆਂ ਪਾਣੀ ਵਿੱਚ ਰਹਿੰਦੀਆਂ ਨੇ, ਤਲਾਬ ਭਰਨ ਦੇ ਨਾਲ ਮੱਛੀਆਂ ਵੀ ਖੁਸ਼ ਹੋ ਗਈਆਂ। ਅਤੇ ਇਸੇ ਤਰ੍ਹਾਂ ਰਸੀਆਂ ਘਰ ਧਨ ਹੋਏ, ਜਿਹੜੇ ਰਸੀਏ ਨੇ, ਰਸ ਲੈਣ ਵਾਲੇ, ਸਵਾਦ ਲੈਣ ਵਾਲੇ ਕਾਮੀ ਪੁਰਸ਼। ਹੁਣ ਜਿਹਦੇ ਘਰ ਵਿੱਚ ਬਹੁਤੀ ਮਾਇਆ ਧਨ ਪਦਾਰਥ ਪਿਆ ਹੋਇਆ, ਧਨ ਦੀ ਕਮੀ ਨਹੀਂ ਹੈ, ਕਮਾਈ ਦੀ ਕਮੀ ਨਹੀਂ ਹੈ, ਮੌਸਮ ਠੰਡਾ ਹੋ ਗਿਆ ਤੇ ਉਹ ਮਨੋਂ ਖੁਸ਼ ਹੋ ਗਿਆ ਵੀ ਚਲੋ ਇਸ ਮਹੀਨੇ ਦੇ ਵਿੱਚ ਮੈਂ ਵਕਾਰਾਂ ਨੂੰ ਭੋਗਿਆ ਕਰਾਂਗਾ, ਕੁਕਰਮ ਕਰਿਆ ਕਰਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਚਾਰ ਜਾਤੀਆਂ ਨੇ ਜਿਹੜੀਆਂ ਖੁਸ਼ ਹੋ ਜਾਂਦੀਆਂ ਮੀਂਹ ਪੈਣ ਦੇ ਨਾਲ। ਪਰ ਇਹ ਤੇ ਇੱਕ ਉਦਾਹਰਨ ਹੈ ਗੁਰਮੁਖੋ। ਹੁਣ ਸਤਿਗੁਰੂ ਜਿਹੜੇ ਨੇ ਬੱਦਲ ਰੂਪ ਨੇ, ਉਪਦੇਸ਼ ਦਾ ਮਹਾਰਾਜ ਜੀ ਜਦੋਂ ਮੀਂਹ ਪਾਉਂਦੇ ਨੇ ਤੇ ਕਿੰਨਾ ਕਿੰਨਾ ਨੂੰ ਖੁਸ਼ੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨਾਗਾਂ ਦੀ ਤਰ੍ਹਾਂ ਜਿਹੜੇ ਵੈਰਾਗ ਦੇ ਸਹਿਤ ਨੇ, ਜਿਨ੍ਹਾਂ ਨੂੰ ਵੈਰਾਗ ਲੱਗਾ ਹੋਇਆ ਹੈ, ਜਿਹੜੇ ਗੁਰੂ ਦੇ ਵੈਰਾਗ ਦੇ ਵਿੱਚ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਜਿਨ੍ਹਾਂ ਦੇ ਮਨ ਵਿੱਚ ਵੈਰਾਗ ਹੋਇਆ ਵੀ ਗੁਰੂ ਦੇ ਦਰਸ਼ਨ ਕਰਨੇ ਨੇ, ਜਿਵੇਂ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠੇ ਹੋ, ਘਰਾਂ ਤੋਂ ਚੱਲ ਕੇ ਆਏ ਹੋ, ਵੈਰਾਗ ਹੀ ਹੈ ਨਾ ਵੀ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦਾ ਉਪਦੇਸ਼ ਸਰਵਣ ਕਰਨਾ ਹੈ। ਸਾਰੇ ਨਹੀਂ ਆ ਸਕਦੇ। ਮਹਾਰਾਜ ਕਹਿਣ ਲੱਗੇ ਜਿਹੇ ਘਰ ਬਨ ਸੰਸਰ ਕੀਆ, ਤੇ ਉਹ ਜਿਹੜੇ ਲੋਕ ਨੇ ਤੇ ਪੂਰੇ ਸੰਸਾਰ। ਇਹ ਨਹੀਂ ਵੀ ਜੰਗਲ ਵਿੱਚ ਜਾਵਾਂਗੇ ਤੇ ਫੇਰ ਹੀ ਉੱਥੇ ਜਾ ਕੇ ਗੱਲ ਬਣਨੀ ਹੈ, ਨਹੀਂ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਤੂੰ ਆਪਣੇ ਘਰ ਨੂੰ ਹੀ ਜੰਗਲ ਸਮਝ ਲੈ, ਆਪਣੇ ਘਰ ਨੂੰ ਜੰਗਲ ਦੇ ਵਾਂਗ ਜਾਣ ਕੇ ਇਸ ਘਰ ਵਿੱਚ ਬੈਠਿਆਂ ਹੀ ਤੂੰ ਨਾਮ ਜਪ ਸਕਦਾ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਘਰੇ ਬੈਠ ਕੇ ਵੀ ਤੂੰ ਗੁਰੂ ਦੀ ਬੰਦਗੀ ਕਰ ਸਕਦਾ, ਨਾਮ ਜਪ ਸਕਦਾ ਹੈ। ਰੇ ਮਨ ਐਸੋ ਕਰ ਸੰਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਇਹ ਮਨਾ ਜੇ ਸੰਨਿਆਸ ਲੈਣਾ ਤੇ ਇਹਦਾ ਮਤਲਬ ਇਹ ਨਹੀਂ ਵੀ ਘਰ ਛੱਡ ਕੇ, ਪਰਿਵਾਰ ਛੱਡ ਕੇ ਤੂੰ ਬਾਹਰ ਜੰਗਲਾਂ ਵਿੱਚ ਚਲੇ ਜਾ। ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ। ਤੂੰ ਘਰ ਦੇ ਵਿੱਚ ਹੀ ਇਹ ਸਮਝ ਲਾ ਵੀ ਮੈਂ ਜੰਗਲ ਵਿੱਚ ਬੈਠਾ ਹੋਇਆ ਤੇ ਘਰੇ ਬੈਠ ਕੇ ਹੀ ਨਾਮ ਜਪਿਆ ਜਾ ਸਕਦਾ ਹੈ। ਐਸੀ ਬਖਸ਼ਿਸ਼ ਹੋ ਸਕਦੀ ਹੈ। ਨਾਗਾਂ ਦੀ ਤਰ੍ਹਾਂ ਜਿਹੜੇ ਵੈਰਾਗ ਧਾਰਨ ਕਰਨ ਵਾਲੇ ਗੁਰਮੁਖ ਨੇ, ਗੁਰੂ ਰੂਪੀ ਉਪਦੇਸ਼ ਨੂੰ ਪ੍ਰਾਪਤ ਕਰਦੇ ਨੇ। ਅੱਗੇ ਬਚਨ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਕਿ ਜਿਹੜੀਆਂ ਮਿਰਗ ਨਾਮ ਹਿਰਨਾਂ ਦਾ, ਜਿਹੜੇ ਹਿਰਨਾਂ ਦੇ ਵਾਂਗ ਗੁਰਮੁਖ ਜਿਹੜੇ ਨੇ ਬਾਨਪ੍ਰਸਤੀ ਨੇ, ਜੰਗਲ ਵਿੱਚ ਰਹਿਣ ਵਾਲੇ, ਉਹਨਾਂ ਗੁਰਮੁਖਾਂ ਨੂੰ ਵੀ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਦੇ ਦਿੰਦੇ। ਮਹਾਰਾਜ ਕਹਿਣ ਲੱਗੇ ਦਰ ਕਰ ਮਹਿਲਾ ਹਸਤੀ, ਘੋੜੇ ਛੋੜ ਵਲਾਇਤ ਦੇਸ ਗਏ, ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪੈ।
ਗੁਰਮੁਖੋ ਅਸੀਂ ਤੇ ਘਰ ਦੇ ਸੁੱਖ ਲੱਭਦੇ ਆ ਨਾ, ਘਰ ਹੋਵੇ ਤੇ ਘਰੇ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ, ਪਰ ਕੁਝ ਗੁਰਮੁਖ ਉਹ ਨੇ ਜਿਹੜੇ ਕਹਿੰਦੇ ਵੀ ਘਰ ਛੱਡਣਾ ਮਨਜ਼ੂਰ ਹੈ, ਪਰਿਵਾਰ ਛੱਡਣਾ ਮਨਜ਼ੂਰ ਹੈ, ਦੇਸ਼ ਛੱਡਣਾ ਮਨਜ਼ੂਰ ਹੈ। ਕਾਹਦੇ ਵਾਸਤੇ? ਕਿ ਸਾਨੂੰ ਪ੍ਰਮਾਤਮਾ ਪ੍ਰਾਪਤ ਹੋ ਜਾਵੇ। ਹੁਣ ਹਿਰਨ ਦਾ ਤੇ ਘਰ ਕੋਈ ਨਹੀਂ ਨਾ ਹੁੰਦਾ, ਹਿਰਨ ਅੱਜ ਇੱਥੇ ਚਰਦਾ ਪਿਆ, ਘੰਟੇ ਬਾਅਦ ਕਿਤੇ ਹੋਰ ਹੋਵੇਗਾ, ਅਗਲੇ ਦਿਨ ਕਿਤੇ ਹੋਰ ਚਲਾ ਜਾਏਗਾ। ਸੋ ਇਸ ਤਰ੍ਹਾਂ ਜਿਨ੍ਹਾਂ ਨੇ ਇੱਕ ਥਾਂ ਤੇ ਟਿਕਾਣਾ ਨਹੀਂ ਨਾ ਰੱਖਿਆ, ਜਿਹੜੇ ਗੁਰਮੁਖ ਨੇ, ਕਾਹਦੇ ਵਾਸਤੇ ਨਿਕਲੇ ਘਰੋਂ ਬਾਹਰ? ਵੀ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਉਹਨਾਂ ਦੀ ਇਹ ਇੱਛਾ ਹੈ। ਉਹ ਨੇ ਹਿਰਨਾਂ ਦੇ ਵਾਂਗ ਜਿਹੜੇ ਐਸੀ ਪ੍ਰਾਪਤੀ ਕਰਨ ਵਾਲੇ ਨੇ। ਤੀਜਾ ਮਹਾਰਾਜ ਜੀਆਂ ਦਾ ਬਚਨ ਜਿਹੜਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਰੀਦਾ ਹੋਂ ਬਲਿਹਾਰੀ ਤਿਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਨ ਪਾਸ। ਗੁਰਮੁਖੋ ਨਿੱਕੇ ਨਿੱਕੇ ਪੰਛੀ ਆਪਾਂ ਵੇਖਦੇ ਆ ਨਾ ਟਾਹਣੀਆਂ ਦੇ ਬੋਲਦੇ ਹੋਏ, ਪਰ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ ਵੀ ਉਹ ਕੱਕਰ ਚੁਗਦੇ, ਕੱਖ ਚੁਗਦੇ, ਦਾਣੇ ਚੁਗਦੇ, ਪਰ ਰੱਬ ਨੂੰ ਯਾਦ ਕਰਨਾ ਨਹੀਂ ਭੁੱਲਦੇ। ਐਸੇ ਜਿਹੜੇ ਗੁਰਮੁਖ ਨੇ, ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ। ਇਹੋ ਜਿਹੇ ਜਿਹੜੇ ਨੇ ਸੁੱਕਾ ਮਿੱਸਾ ਭੋਜਨ ਛਕੇ ਤੇ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ, ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੋ ਜਾਂਦੀ ਹੈ। ਉਹ ਮਿਰਗਾਂ ਦੇ ਵਰਗੇ ਨੇ ਗੁਰੂ ਕੇ ਸਿੱਖ, ਵੀ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰ ਹੀ ਕਰਨਾ ਹੈ। ਅਤੇ ਇਸੇ ਤਰ੍ਹਾਂ ਮੱਛੀਆਂ ਦੇ ਵਾਂਗ ਜਿਹੜੇ ਗ੍ਰਸਤੀ ਨੇ, ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਨਾ, ਤੇ ਗ੍ਰਸਤੀ ਬੰਦਾ ਪਰਿਵਾਰ ਦੇ ਵਿੱਚ ਰਹਿੰਦਾ ਹੈ, ਅਤੇ ਉਹ ਪਰਿਵਾਰ ਦੇ ਵਿੱਚ ਰਹਿ ਕੇ ਹੀ ਬੜਾ ਖੁਸ਼ ਹੈ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਹ ਨਾਮ ਜਪਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਉਦਾਹਰਨਾਂ ਦਿੱਤੀਆਂ ਨੇ। ਤੇ ਚੌਥਾ ਬਚਨ ਆ ਗਿਆ ਸੀ, ਰਸੀਆਂ ਘਰ ਤਨ ਸੋਏ। ਜਿਹੜੇ ਰਸੀਏ ਨੇ, ਨਾਮ ਦੇ ਰਸੀਏ, ਜਿਹੜੇ ਗੁਰਮੁਖ ਗਿਆਨਵਾਨ ਨੇ, ਉਹਨਾਂ ਨੂੰ ਅੰਮ੍ਰਿਤ ਚਖਣ ਰੂਪੀ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੁੰਦਾ ਹੈ। ਐਸੀਆਂ ਦਾਤਾਂ ਉਹਨਾਂ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀਆਂ। ਮਹਾਰਾਜ ਕਹਿਣ ਲੱਗੇ, ਭਾਈ ਇਹ ਤੇ ਉਹਨਾਂ ਨੂੰ ਆਨੰਦ ਆਇਆ ਜਿਹੜੇ ਗੁਰੂ ਦੇ ਪਿਆਰੇ ਨੇ। ਅੱਗੇ ਮਹਾਰਾਜ ਕਹਿਣ ਲੱਗੇ ਕਿ ਨਾਨਕ ਸਾਵਣ ਜੇ ਵਸੈ, ਚੋਹੋਂ ਵਿਛੋੜਾ ਹੋਏ, ਗਾਈ ਕੁੱਤਾ ਨਿਰਤਨ ਪੰਖੀ ਚਾਚਾ। ਹੁਣ ਮੀਂਹ ਪੈ ਗਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਮੱਛੀਆਂ ਖੁਸ਼ ਨੇ, ਹਿਰਨ ਖੁਸ਼ ਨੇ, ਸੱਪ ਖੁਸ਼ ਹੋ ਗਏ ਤੇ ਸਾਰੇ ਹੀ ਖੁਸ਼ ਨੇ। ਨਹੀਂ, ਕੁਝ ਲੋਕ ਦੁਖੀ ਵੀ ਹੋ ਗਏ ਨੇ ਮੀਂਹ ਪੈਣ ਦੇ ਨਾਲ। ਉਹ ਕਿਹੜੇ ਨੇ? ਸਾਰਿਆਂ ਤੋਂ ਪਹਿਲਾਂ ਬਚਨ ਆ ਗਿਆ ਹੈ, ਗਾਈ ਪੁੱਤਾ। ਗਾਂ ਦਾ ਪੁੱਤ ਹੈ ਬਲਦ। ਬਲਦ ਨੂੰ ਬੜਾ ਦੁੱਖ ਹੋਇਆ ਮੀਂਹ ਪੈਣ ਦੇ ਨਾਲ, ਕਿਉਂਕਿ ਹੁਣ ਕਿਸਾਨ ਨੇ ਉਸ ਨੂੰ ਕੱਢਣਾ ਅਤੇ ਹਲ ਤੇ ਜੋ ਲੈਣਾ ਹੈ। ਬਲਦ ਵਾਸਤੇ ਬੜੀ ਮਾੜੀ ਗੱਲ ਹੈ ਵੀ ਕਿੱਥੇ ਮੈਂ ਆਰਾਮ ਕਰਦਾ ਸੀ, ਮौज ਕਰਦਾ ਸੀ, ਕੰਮ ਨਹੀਂ ਸੀ ਕਰਨਾ ਪੈਂਦਾ, ਹੁਣ ਮੈਨੂੰ ਖੇਤ ਵਿੱਚ ਜਾ ਕੇ ਹਲ ਖਿੱਚਣਾ ਪਵੇਗਾ। ਤੇ ਕਹਿਣ ਲੱਗੇ ਬਲਦ ਵਾਸਤੇ ਚੰਗੀ ਗੱਲ ਨਹੀਂ ਹੈ। ਗਾਈ ਪੁੱਤਾ ਨਿਰਤਨਾ, ਜਿਹੜੇ ਜਿਨ੍ਹਾਂ ਦੇ ਘਰੇ ਧਨ ਨਹੀਂ, ਪੈਸਾ ਨਹੀਂ, ਉਹਨਾਂ ਵਾਸਤੇ ਵੀ ਇਹ ਮੀਂਹ ਮੁਸੀਬਤ ਹੀ ਹੈ। ਵਿਚਾਰੇ ਪਾਣੀ ਵਿੱਚੋਂ ਲੰਘ ਕੇ ਆਏ ਤੇ ਚਲੋ ਪੱਕੇ ਥਾਂ ਨੇ, ਪੱਕੇ ਰਾਹ ਨੇ। ਪਹਿਲੇ ਸਮੇਂ ਵਿੱਚ ਕੱਚੇ ਰਾਹ, ਪੈਦਲ ਤੁਰ ਕੇ ਜਾਣਾ, ਚਿੱਕੜ ਦੇ ਵਿੱਚ ਬੜਾ ਔਖਾ ਹੋ ਜਾਣਾ, ਕੱਪੜੇ ਗੰਦੇ ਹੋ ਜਾਣੇ, ਕੰਮ ਚੱਜ ਨਾਲ ਚੱਲਦਾ ਨਹੀਂ। ਕਹਿਣ ਲੱਗੇ ਮੀਂਹ ਭਾਈ ਉਹਨਾਂ ਲੋਕਾਂ ਨੂੰ ਦੁੱਖ ਵੀ ਦਿੰਦਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਧਨ ਨਹੀਂ। ਗਰੀਬਾਂ ਵਾਸਤੇ ਮੀਂਹ ਬੜਾ ਮਾੜਾ, ਘਰ ਟੁੱਟ ਜਾਂਦੇ, ਇਸੇ ਤਰ੍ਹਾਂ ਉਹਨਾਂ ਦੇ ਰਾਹ ਖਰਾਬ ਹੋ ਜਾਂਦੇ, ਅਤੇ ਨਾ ਉਹਨਾਂ ਨੂੰ ਕੋਈ ਮਜ਼ਦੂਰੀ ਦਿੰਦਾ। ਬਾਰਿਸ਼ ਵਿੱਚ ਕੰਮ ਨਹੀਂ ਚੱਲੇਗਾ, ਮਜ਼ਦੂਰੀ ਕਿੱਥੋਂ ਮਿਲੇਗੀ? ਇਸ ਕਰਕੇ ਮੀਂਹ ਨੇ ਗਰੀਬ ਲੋਕਾਂ ਨੂੰ ਦੁਖੀ ਕਰ ਛੱਡਿਆ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਤੀਜਾ ਬਚਨ ਹੈ, ਪੰਥੀ ਨਾਮ ਹੈ ਰਾਹ ਤੇ ਚੱਲਣ ਵਾਲੇ ਦਾ। ਜਦੋਂ ਕਿਤੇ ਸੱਦ ਸੁਨੇਹਾ ਲੈ ਕੇ ਜਾਣਾ ਜਾਂ ਕਿਸੇ ਕੰਮ ਜਾਣਾ, ਰਸਤੇ ਤੇ ਜਾਣਾ ਬੜਾ ਔਖਾ, ਬਾਰਿਸ਼ ਹੁੰਦੀ ਹੈ, ਲੰਘਣਾ ਬੜਾ ਔਖਾ ਹੈ। ਪੰਥੀ ਵਾਸਤੇ, ਰਾਹੀ ਵਾਸਤੇ ਵੀ ਔਖਾ ਹੈ। ਤੇ ਚਾਕਰ ਨਾਮ ਗੁਰਮੁਖੋ ਨੌਕਰ ਦਾ ਹੈ। ਜਿਹੜੇ ਨੌਕਰ ਨੇ, ਹੁਣ ਨੌਕਰ ਨੂੰ ਤੇ ਮਾਲਕ ਦਾ ਹੁਕਮ ਮੰਨਣਾ ਹੀ ਪੈਣਾ ਹੈ। ਮਾਲਕ ਨੇ ਕਹਿਤਾ ਵੀ ਆਹ ਕੰਮ ਕਰਕੇ ਆ ਜਾਂ ਕਰਨਾ ਹੈ, ਉਹ ਕਰਨਾ ਹੀ ਪਵੇਗਾ। ਇਹ ਨਹੀਂ ਕਹਿਣਾ ਪਵੇਗਾ ਵੀ ਮੀਂਹ ਪੈਂਦਾ ਤੇ ਮੈਂ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਚਾਰ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਮੀਂਹ ਪੈਣ ਦੇ ਨਾਲ ਦੁੱਖ ਹੁੰਦਾ ਹੈ। ਗਾਂ ਦੇ ਪੁੱਤ, ਜਿਹੜੇ ਬਲਦ ਨੇ, ਅਤੇ ਇਸੇ ਤਰ੍ਹਾਂ ਜਿਹੜੇ ਗਰੀਬ ਨੇ, ਜਿਹੜੇ ਨੌਕਰ ਨੇ, ਜਾਂ ਜਿਹੜੇ ਰਾਹ ਤੇ ਚੱਲਣ ਵਾਲੇ। ਹੁਣ ਮਹਾਰਾਜ ਇਹਨਾਂ ਦੇ ਵਿੱਚੋਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਭਾਈ ਇੱਥੇ ਗਾਂ ਦੇ ਪੁੱਤਰ ਕਿਹੜੇ ਨੇ? ਜਿਹੜੇ ਦਰਿਦਰੀ ਲੋਕ ਨੇ। ਜਦੋਂ ਗੁਰੂ ਉਪਦੇਸ਼ ਦਿੰਦਾ ਨਾ, ਕਹਿਣ ਲੱਗੇ ਸਪੀਕਰ ਦੀ ਆਵਾਜ਼ ਘੱਟ ਕਰ ਦਿਓ, ਸਾਡੇ ਕੰਨਾਂ ਵਿੱਚ ਪੈਂਦੀ ਹੈ। ਸੋ ਅਸੀਂ ਗੁਰਦੁਆਰੇ ਨਹੀਂ ਆ ਸਕਦੇ, ਆ ਕੇ ਸੰਗਤ ਵਿੱਚ ਬੈਠ ਨਹੀਂ ਸਕਦੇ, ਘਰੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ। ਦਲਿਦਰੀ ਹੋ ਗਏ ਨਾ, ਉਹਨਾਂ ਨੂੰ ਗੁਰੂ ਦਾ ਬਚਨ ਚੰਗਾ ਲੱਗਦਾ ਹੀ ਨਹੀਂ ਹੈ। ਉਹ ਉਹਨਾਂ ਦਾ ਸੁਭਾਅ ਹੀ ਇਹੋ ਜਿਹਾ ਬਣ ਗਿਆ
ਜਿਵੇਂ ਬਲਦ ਨੂੰ ਚੰਗਾ ਨਹੀਂ ਲੱਗਾ ਮੀਂਹ ਪੈਣਾ, ਕਿਉਂਕਿ ਉਹਨੂੰ ਹੁਣ ਕੰਮ ਕਰਨਾ ਪਵੇਗਾ, ਉਹ ਦਲਿੱਦਰ ਪਾ ਕੇ ਬੈਠਾ ਹੋਇਆ ਸੀ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਨਾ, ਉਹਨਾਂ ਨੂੰ ਗੁਰੂ ਦਾ ਉਪਦੇਸ਼ ਬਿਲਕੁਲ ਨਹੀਂ ਚੰਗਾ ਲੱਗਦਾ। ਕਹਿਣ ਲੱਗੇ ਜੇ ਉਪਦੇਸ਼ ਸੁਣਾਂਗੇ ਫਿਰ ਕੱਲ ਨੂੰ ਮੰਨਣਾ ਵੀ ਪਵੇਗਾ, ਜੇ ਮੰਨਣਾ ਪਵੇਗਾ ਫਿਰ ਕਮਾਈ ਵੀ ਕਰਨੀ ਪਵੇਗੀ। ਤੇ ਇਸ ਕਰਕੇ ਇਹ ਚੰਗਾ ਹੀ ਹੈ ਵੀ ਉਪਦੇਸ਼ ਨਾ ਹੀ ਸੁਣੀਏ। ਇੱਕ ਕਹਾਵਤ ਆਪਾਂ ਪੜ੍ਹਦੇ ਆ ਨਾ ਕਿ ਰੱਬਾ ਰਿਜ਼ਕ ਨਾ ਦੇਈ ਨਹੀਂ ਤੇ ਮਾਂ ਲੱਕੜਾਂ ਲੈਣ ਭੇਜੇਗੀ, ਵੀ ਜੇ ਰਿਜ਼ਕ ਆਵੇਗਾ ਤੇ ਫਿਰ ਬਣਾਉਣਾ ਵੀ ਪਵੇਗਾ, ਬਣਾਉਣ ਵਾਸਤੇ ਚੁੱਲ੍ਹਾ ਧੋਣਾ ਪਵੇਗਾ, ਚੁੱਲ੍ਹਾ ਬਾਲਣ ਵਾਸਤੇ ਬਾਲਣ ਵੀ ਲਿਆਉਣਾ ਪਵੇਗਾ। ਤੇ ਇੱਕ ਪੁੱਤ ਰੱਬ ਨੂੰ ਕਹਿੰਦਾ, ਕਹਿਣ ਲੱਗਾ ਰੱਬਾ ਰਿਜ਼ਕ ਹੀ ਨਾ ਦੇਈ, ਨਾ ਰਿਜ਼ਕ ਹੋਵੇਗਾ, ਨਾ ਬਣਾਉਣਾ ਪਵੇਗਾ, ਨਾ ਲੱਕੜਾਂ ਲਿਆਉਣੀਆਂ ਪੈਣਗੀਆਂ, ਨਾ ਮੈਨੂੰ ਕੰਮ ਕਰਨਾ ਪਵੇਗਾ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਉਪਦੇਸ਼ ਲੈਣਾ ਹੀ ਨਹੀਂ ਚਾਹੀਦਾ। ਉਪਦੇਸ਼ ਲਵਾਂਗੇ ਤੇ ਕੱਲ ਨੂੰ ਮੰਗਣਾ ਪੈਣਾ ਹੈ, ਫਿਰ ਕਮਾਈ ਕਰਨੀ ਪੈਣੀ ਹੈ। ਉਹਨਾਂ ਨੂੰ ਗੁਰੂ ਰੂਪੀ ਉਪਦੇਸ਼ ਚੰਗਾ ਨਹੀਂ ਲੱਗਦਾ ਭਾਈ। ਮਹਾਰਾਜ ਕਹਿਣ ਲੱਗੇ ਇਹ ਬਚਨ ਜਿਹੜੇ ਨੇ ਉਹ ਤੈਨੂੰ ਸਮਝਾਉਣ ਵਾਸਤੇ ਬਖਸ਼ਿਸ਼ ਕੀਤੇ ਨੇ। ਗਾਈ ਪੁੱਤਾਂ ਨਿਰਧਨਾ, ਜਿਹੜੇ ਧਨ ਜਿਨ੍ਹਾਂ ਕੋਲ ਨਾਮ ਦਾ ਧਨ ਨਹੀਂ ਹੈ, ਗੁਰਮੁਖੋ ਇਹ ਨਾਮ ਦਾ ਧਨ ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ ਹੈ, ਪਰ ਜਿਹੜੇ ਨਾਮ ਦੇ ਧਨ ਤੋਂ ਖਾਲੀ ਨੇ ਉਹ ਵੀ ਸੰਸਾਰ ਵਿੱਚ ਦੁਖੀ ਹੁੰਦੇ ਨੇ। ਇਸ ਲੋਕ ਦੇ ਵਿੱਚ ਵੀ ਉਹਨਾਂ ਨੂੰ ਮਾਰ ਪੈਂਦੀ ਹੈ ਅਤੇ ਪਰਲੋਕ ਦੇ ਵਿੱਚ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਸਨ ਮਧਾਣੀਆਂ ਤੇ ਉਹ ਮਥੇ ਧਰਮ ਰਾਏ, ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਅਤੇ ਪੰਥੀ ਚਾਕਰ ਹੋਏ, ਜਿਹੜੇ ਚੱਲੇ ਹੋਏ ਨੇ ਰਾਹ ਦੇ ਉੱਪਰ ਪਰ ਉਹਨਾਂ ਨੂੰ ਮੰਜ਼ਿਲ ਕੋਈ ਨਹੀਂ ਮਿਲੀ ਹੈ, ਉਹ ਇਹ ਫੈਸਲਾ ਨਹੀਂ ਕਰ ਸਕੇ ਵੀ ਮੈਂ ਕਿਹੜੇ ਰਾਹ ਤੇ ਚੱਲਣਾ ਹੈ, ਕਿਹੜੀ ਕਿਰਤ ਕਰਨੀ ਹੈ, ਕਿਵੇਂ ਨਾਮ ਜਪਣਾ ਹੈ। ਐਸੇ ਜਿਹੜੇ ਨੇ ਉਹ ਰਾਹ ਤੇ ਚੱਲਣ ਵਾਲੇ ਵੀ ਦੁਖੀ ਹੋਏ ਬੈਠੇ ਨੇ। ਅਤੇ ਚਾਕਰ ਜਿਹੜੇ ਨੌਕਰ ਬਣੇ ਨੇ, ਕਦੇ ਕੋਈ ਮੜੀ ਦਾ ਨੌਕਰ ਬਣਿਆ, ਕੋਈ ਇਸੇ ਤਰ੍ਹਾਂ ਰੁੱਖਾਂ ਦੀ ਪੂਜਾ ਕਰਦਾ, ਕੋਈ ਪਸ਼ੂਆਂ ਦੀ ਪੂਜਾ ਕਰਦਾ, ਕੋਈ ਹੋਰ ਜਾ ਕੇ ਦੇਵੀ ਦੇਵਤਿਆਂ ਨੂੰ ਜਾਂ ਪੈਗੰਬਰਾਂ ਵਗੈਰਾ ਨੂੰ ਪੂਜਦਾ ਹੈ ਨਾ। ਦੁਨੀਆ ਤੇ ਉਹ ਵੀ ਦੁਖੀ ਹੈ। ਪੁੱਛ ਲਓ ਤੈਨੂੰ ਕਿੰਨਾ ਕੁ ਸੁੱਖ ਹੈ, ਕਹਿਣ ਲੱਗਾ ਨਹੀਂ ਫਲਾਣੀ ਥਾਂ ਦੇ ਉੱਪਰ ਮੈਂ ਜਾਂਦਿਆਂ ਮੈਨੂੰ 5 ਸਾਲ ਹੋ ਗਏ, ਮੈਨੂੰ 10 ਸਾਲ ਹੋ ਗਏ, ਪਰ ਮੈਨੂੰ ਮਿਲਿਆ ਕੁਝ ਨਹੀਂ, ਮੈਨੂੰ ਸੁੱਖ ਨਹੀਂ ਮਿਲਿਆ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਹੋਰਾਂ ਦੀ ਆਸ ਲਾਈ ਬੈਠੇ ਨੇ, ਸੁਖੀ ਉਹ ਵੀ ਕੋਈ ਨਹੀਂ ਹੁੰਦੇ। ਸੁਖੀ ਉਹ ਨੇ ਜਿਨ੍ਹਾਂ ਨੇ ਕੇਵਲ ਪਰਮੇਸ਼ਰ ਦੀ ਇੱਕ ਆਸ ਰੱਖੀ ਹੈ। ਕਹਿਣ ਲੱਗੇ ਇੱਕ ਰਾਜੇ ਨੇ ਇੱਕ ਲੜਕੇ ਨੂੰ ਸਜ਼ਾ ਦੇ ਦਿੱਤੀ। ਸਜ਼ਾ ਇਹ ਦੇ ਦਿੱਤੀ ਵੀ ਇਸ ਨੇ ਗਲਤੀ ਕੀਤੀ ਹੈ, ਇਸ ਨੂੰ ਮਾਰ ਦਿੱਤਾ ਜਾਵੇ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਇਹਨੂੰ ਜੰਗਲ ਵਿੱਚ ਲੈ ਜਾਓ, ਜੰਗਲ ਵਿੱਚ ਲਿਜਾ ਕੇ ਇਹਦਾ ਕਤਲ ਕਰ ਦਿਓ। ਜਦੋਂ ਸਿਪਾਹੀ ਲੈ ਕੇ ਜੰਗਲ ਵਿੱਚ ਗਏ, ਕਤਲ ਕਰਨ ਲੱਗੇ, ਉਹ ਲੜਕਾ ਕਹਿਣ ਲੱਗਾ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ, ਮੈਂ ਕੁਝ ਕਰ ਲਵਾਂ। ਸਿਪਾਹੀਆਂ ਨੇ ਤਰਸ ਕੀਤਾ ਵੀ ਚਲੋ ਮਰਨ ਵਾਲੇ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਲੜਕੇ ਨੇ ਇੱਕ ਢੇਰੀ ਬਣਾਈ, ਇੱਕ ਤੋਂ ਬਾਅਦ ਦੂਜੀ ਬਣਾਈ, ਦੂਜੀ ਤੋਂ ਬਾਅਦ ਤੀਜੀ ਬਣਾਈ ਅਤੇ ਫਿਰ ਇਸੇ ਤਰ੍ਹਾਂ 4 ਢੇਰੀਆਂ ਬਣਾ ਲਈਆਂ। 4 ਢੇਰੀਆਂ ਬਣਾ ਕੇ ਪਹਿਲਾਂ ਪਹਿਲੀ ਦੇ ਕੋਲ ਗਿਆ, ਕੁਝ ਸਮਾਂ ਖਲੋਤਾ ਰਿਹਾ, ਲੱਤ ਮਾਰ ਕੇ ਢਾਹ ਦਿੱਤਾ। ਫਿਰ ਦੂਜੀ ਦੇ ਕੋਲ ਚਲਾ ਗਿਆ, ਕੁਝ ਸਮਾਂ ਖਲੋਤਾ ਰਿਹਾ, ਉਹਨੂੰ ਵੀ ਲੱਤ ਮਾਰ ਕੇ ਢਾਹ ਦਿੱਤਾ। ਫਿਰ ਤੀਜੀ ਦੇ ਕੋਲ ਗਿਆ, ਉਹਨੂੰ ਵੀ ਪੈਰ ਮਾਰ ਕੇ ਤੋੜ ਦਿੱਤਾ, ਪਰ ਚੌਥੀ ਨੂੰ ਕੁਝ ਨਹੀਂ ਆਖਿਆ। ਸਿਪਾਹੀ ਵੇਖਦੇ ਪਏ, ਉਹਨਾਂ ਨੇ ਪੁੱਛ ਲਿਆ, ਕਹਿਣ ਲੱਗੇ ਵੀ ਕਾਕਾ ਇਹ ਕੀ ਕਰਦਾ ਪਿਆ? ਕਹਿੰਦਾ ਮੈਂ ਕਰਦਾ ਇਹ ਪਿਆ, ਮੈਂ ਇਹ ਜਿਹੜੀਆਂ ਢੇਰੀਆਂ ਬਣਾਈਆਂ ਨੇ, ਮੈਂ ਇਹ ਰਿਸ਼ਤੇਦਾਰੀਆਂ ਸਮਝੀਆਂ ਵੀ ਇਹ ਮੇਰੀ ਮਦਦ ਕਰਨਗੀਆਂ, ਪਰ ਕੀਤੀ ਨਹੀਂ ਹੈ ਕਿਸੇ ਨੇ। ਪਹਿਲੀ ਢੇਰੀ ਮੈਂ ਮਾਂ-ਬਾਪ ਦੀ ਬਣਾਈ ਸੀ ਵੀ ਜਦੋਂ ਮੇਰੇ ਤੇ ਦੁੱਖ ਆਵੇਗਾ ਮੇਰਾ ਮਾਂ-ਬਾਪ ਮੇਰੀ ਮਦਦ ਕਰੇਗਾ, ਪਰ ਅੱਜ ਮੈਨੂੰ ਰਾਜੇ ਨੇ ਫੜਿਆ, ਸਜ਼ਾ ਦਿੱਤੀ ਹੈ, ਮੇਰੇ ਮਾਂ-ਬਾਪ ਨੇ ਮੈਨੂੰ ਛਡਾਉਣ ਦਾ ਯਤਨ ਹੀ ਕੋਈ ਨਹੀਂ ਕੀਤਾ। ਅੱਜ ਮੈਨੂੰ ਸਮਝ ਪੈ ਗਈ ਹੈ ਵੀ ਇਹ ਦੁਨੀਆਦਾਰੀ ਦੇ ਰਿਸ਼ਤੇ ਸਾਰੇ ਝੂਠੇ ਹੀ ਨੇ, ਇਹ ਕਿਸੇ ਕੰਮ ਆਉਣ ਵਾਲੇ ਨਹੀਂ। ਮੈਂ ਛੱਡ ਦਿੱਤਾ, ਮੋਹ ਪੈਰ ਮਾਰਿਆ, ਛੱਡੋ ਪਰਾਂ ਇਹੋ ਜਿਹਾ ਰਿਸ਼ਤੇ ਦਾ ਕੀ ਮੋਹ ਕਰਨਾ। ਮੈਂ ਕਿਉਂ ਰੋਵਾਂ ਇਹਨਾਂ ਵਾਸਤੇ ਜਿਹੜੇ ਮੇਰੇ ਵਾਸਤੇ ਕੁਝ ਨਹੀਂ ਕਰ ਸਕੇ। ਦੂਜੀ ਜਿਹੜੀ ਢੇਰੀ ਹੈ ਉਹ ਰਾਜੇ ਦੀ ਹੈ ਵੀ ਰਾਜੇ ਨੂੰ ਅਸੀਂ ਟੈਕਸ ਦਿੰਦੇ ਆ, ਰਾਜੇ ਦੇ ਅਸੀਂ ਹੁਕਮ ਦੇ ਵਿੱਚ ਰਹਿੰਦੇ ਪ੍ਰਜਾ ਬਣੇ ਹੋਏ ਆ, ਪਰ ਰਾਜਾ ਹੀ ਜੇ ਸਾਨੂੰ ਦੁੱਖ ਦਿੰਦਾ ਪਿਆ, ਰਾਜੇ ਨੇ ਕਿਹਾ ਵੀ ਕਤਲ ਕਰ ਦਿਓ, ਤੇ ਫਿਰ ਰਾਜੇ ਦਾ ਕਾਹਦਾ ਆਸਰਾ ਹੋਇਆ? ਰਾਜਾ ਵੀ ਕੁਝ ਨਹੀਂ ਦੇਣ ਵਾਲਾ, ਉਹ ਵੀ ਢਾਹ ਦਿੱਤਾ ਹੈ। ਤੇ ਤੀਜੀ ਢੇਰੀ ਮੈਂ ਬਣਾਈ ਹੈ ਜਿਨ੍ਹਾਂ ਨੂੰ ਮੈਂ ਮੰਨਦਾ ਸੀ, ਜਿਨ੍ਹਾਂ ਦੀ ਮੈਂ ਪੂਜਾ ਕਰਦਾ ਸੀ, ਭਾਵੇਂ ਕੋਈ ਦੇਵਤਾ ਹੈ, ਭਾਵੇਂ ਕੋਈ ਪੈਗੰਬਰ ਹੈ, ਭਾਵੇਂ ਕੋਈ ਹੋਰ ਹੈ, ਜਿਹਦੀ ਮੈਂ ਪੂਜਾ ਕਰਦਾ ਸੀ, ਪਰ ਅੱਜ ਮੇਰੀ ਮਦਦ ਵਾਸਤੇ ਕੋਈ ਨਹੀਂ ਪਹੁੰਚਿਆ। ਤੇ ਮੈਨੂੰ ਪਤਾ ਲੱਗ ਗਿਆ ਵੀ ਇਹ ਵੀ ਸਾਰੇ ਝੂਠੇ ਨੇ, ਪੂਜਾ ਲੈਣ ਵਾਲੇ ਨੇ ਪਰ ਮਦਦ ਕਰਨ ਵਾਲੇ ਕੋਈ ਨਹੀਂ। ਤੇ ਸਿਪਾਹੀਆਂ ਨੇ ਪੁੱਛ ਲਿਆ ਫਿਰ ਚੌਥੀ ਢੇਰੀ ਕਿਸ ਦੀ ਬਣਾਈ ਹੈ? ਕਹਿਣ ਲੱਗਾ ਚੌਥੀ ਢੇਰੀ ਮੈਂ ਪਰਮੇਸ਼ਰ ਦੀ ਬਣਾਈ ਹੈ, ਨਿਰੰਕਾਰ ਦੀ ਬਣਾਈ ਹੈ। ਉਹਦਾ ਰਿਸ਼ਤਾ ਇਹਨਾਂ ਵਰਗਾ ਝੂਠਾ ਨਹੀਂ, ਉਹ ਮਦਦ ਜ਼ਰੂਰ ਕਰਦਾ ਤੇ ਮੈਨੂੰ ਉਹਦੇ ਤੇ ਵਿਸ਼ਵਾਸ ਹੈ, ਮੈਨੂੰ ਉਹਦੇ ਤੇ ਭਰੋਸਾ ਹੈ। ਇਸ ਕਰਕੇ ਮੈਂ ਉਸ ਢੇਰੀ ਨੂੰ ਤਾਂ ਨਹੀਂ ਢਾਇਆ। ਜਦੋਂ ਇਹ ਬਚਨ ਸੁਣੇ ਨਾ ਗੁਰਮੁਖੋ ਗਿਆਨ ਦੇ,
ਉਹ ਕਹਿਣ ਲੱਗੇ ਨੌਕਰ ਕਹਿੰਦੇ ਇਹ ਤੇ ਬੜਾ ਹੀ ਸਿਆਣਾ ਗਿਆਨਵਾਨ ਹੈ।